ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਡਿਸਪਿਊਟ ਬਾਰੇ, ਇੱਕ ਅਜਿਹੇ ਵਿਵਾਦ ਬਾਰੇ ਜਿਹੜਾ ਲਗਭਗ ਪਿਛਲੇ 75 ਸਾਲ ਤੋਂ ਚੱਲ ਰਿਹਾ। ਜਾਂ ਇੰਜ ਆਖ ਲਈਏ ਕਿ ਜਦੋਂ ਭਾਰਤ ਪਾਕਿਸਤਾਨ ਆਜ਼ਾਦ ਹੋਇਆ ਤਾਂ ਇੱਕ ਅਜਿਹੀ ਰਿਆਸਤ ਸੀ ਜਿਹਦਾ ਉਦੋਂ ਤੋਂ ਹੀ ਡਿਸਪਿਊਟ ਸ਼ੁਰੂ ਹੋ ਗਿਆ ਸੀ ਤੇ ਹਾਲੇ ਤੱਕ ਉਹਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੱਲ ਨਹੀਂ ਹੋ ਸਕਿਆ। ਤਾਂ ਅੱਜ ਆਪਾਂ ਗੱਲ ਕਰਦੇ ਹਾਂ ਕਸ਼ਮੀਰ ਮੁੱਦੇ ਬਾਰੇ ਕਿ ਕੀ ਉਹ ਕਾਰਨ ਨੇ ਕਿ ਕਸ਼ਮੀਰ ਦਾ ਹਾਲੇ ਤੱਕ ਵੀ ਕੋਈ ਸੋਲੂਸ਼ਨ ਕਿਉਂ ਨਹੀਂ ਹੋ ਸਕਿਆ, ਕੀ ਕਾਰਨ ਰਹੇ ਕਿ ਇਹ ਮੁੱਦਾ ਸੀ ਜਿਹੜਾ ਸਾਰਾ ਉਦੋਂ ਸ਼ੁਰੂ ਹੋਇਆ। ਕਸ਼ਮੀਰ ਡਿਸਪਿਊਟ ਜਿਹਨੂੰ ਆਪਾਂ ਪਾਕਿਸਤਾਨ ਓਕੂਪਾਈ ਕਸ਼ਮੀਰ ਦੇ ਨਾਮ ਨਾਲ ਜਾਣਦੇ ਹਾਂ ਜਾਂ ਸ਼ਾਰਟ ਦੇ ਵਿੱਚ POK ਦੇ ਨਾਮ ਨਾਲ ਵੀ ਜਾਣਦੇ ਆ। ਤਾਂ ਇਸ ਮੁੱਦੇ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਆਪਾਂ ਨੂੰ ਪਹਿਲਾਂ ਜੰਮੂ ਕਸ਼ਮੀਰ ਦਾ ਇਤਿਹਾਸ ਸਮਝ ਲੈਣਾ ਬੜਾ ਜ਼ਰੂਰੀ ਹੈ। ਤਾਂ ਕਸ਼ਮੀਰ ਡਿਸਪਿਊਟ ਉਦੋਂ ਤੋਂ ਸਟਾਰਟ ਹੁੰਦਾ ਜਦੋਂ ਭਾਰਤ ਆਜ਼ਾਦ ਹੋਣ ਜਾ ਰਿਹਾ ਸੀ। ਕਹਿਣ ਦਾ ਭਾਵ 3 ਜੂਨ 1947 ਨੂੰ ਭਾਰਤ ਦੇ ਜੋ ਆਖਰੀ ਵਾਇਸਰਾਏ ਸੀ ਲਾਰਡ ਲੂਇਸ ਮਾਊਂਟਬੈਟਨ ਇੱਕ ਲੂਇਸ ਮਾਊਂਟਬੈਟਨ ਪਲਾਨ ਲੈ ਕੇ ਆਏ, ਜਿਸ ਪਲਾਨ ਦੇ ਤਹਿਤ ਭਾਰਤ ਪਾਕਿਸਤਾਨ ਨੂੰ ਆਜ਼ਾਦੀ ਮਿਲ ਰਹੀ ਸੀ। ਕਹਿਣ ਦਾ ਭਾਵ ਭਾਰਤ ਨੂੰ ਆਜ਼ਾਦੀ ਮਿਲ ਰਹੀ ਸੀ, ਪਰ ਉਹਦੇ ਵਿੱਚ ਸ਼ਰਤ ਇਹ ਸੀ ਕਿ ਇੱਕ ਤਾਂ ਇਹਦੇ ਵਿੱਚੋਂ ਇਸਲਾਮਿਕ ਕੰਟਰੀ ਪਾਕਿਸਤਾਨ ਦੇ ਰੂਪ ਵਿੱਚ ਸਾਹਮਣੇ ਆਊਗਾ ਤੇ ਦੂਸਰਾ ਭਾਰਤ ਇੱਕ ਸੈਕੂਲਰ ਸਟੇਟ ਬਣੂਗਾ। ਪਰ ਜੋ ਤੀਸਰੀ ਇੱਕ ਆਪਸ਼ਨ ਉਹ ਦੇ ਕੇ ਗਏ ਉਹ ਸੀਗੇ ਰਿਆਸਤੀ ਰਾਜਾਂ ਬਾਰੇ, ਕਿਉਂਕਿ ਭਾਰਤ ਤੇ ਪਾਕਿਸਤਾਨ ਜੇ ਆਪਾਂ ਨੂੰ ਜੋੜ ਲਈਏ ਤਾਂ ਉਦੋਂ ਦੇ ਭਾਰਤ ਵਿੱਚ ਲਗਭਗ 565 ਰਿਆਸਤਾਂ ਸੀ, ਜਿਹਦੇ ਵਿੱਚੋਂ ਕਾਫੀ ਲਗਭਗ 530 ਦੇ ਕਰੀਬ ਭਾਰਤ 'ਚ ਰਹਿ ਗਈਆਂ ਤੇ ਲਗਭਗ 30-35 ਦੇ ਕਰੀਬ ਰਿਆਸਤਾਂ ਸੀ ਪਾਕਿਸਤਾਨ ਚਲੀਆਂ ਗਈਆਂ। ਪਰ 3 ਰਿਆਸਤਾਂ ਅਜਿਹੀਆਂ ਸੀ ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਸੋਲੂਸ਼ਨ ਨਹੀਂ ਸੀ ਦਿੱਤਾ ਕਿ ਅਸੀਂ ਪਾਕਿਸਤਾਨ ਨਾਲ ਰਹਿਣਾ ਚਾਹੁੰਦੇ ਹਾਂ ਜਾਂ ਭਾਰਤ ਨਾਲ ਰਹਿਣਾ ਚਾਹੁੰਦੇ ਹਾਂ। ਜੋ ਲੂਇਸ ਮਾਊਂਟਬੈਟਨ ਪਲਾਨ ਸੀ ਉਹਦੇ ਵਿੱਚ ਰਿਆਸਤੀ ਰਾਜਾਂ ਲਈ 3 ਆਪਸ਼ਨਾਂ ਸੀ, 3 ਚੁਆਇਸ ਸੀ। ਕਹਿਣ ਦਾ ਭਾਵ ਜਾਂ ਤਾਂ ਉਹ ਪਾਕਿਸਤਾਨ ਦੇ ਨਾਲ ਜਾ ਸਕਦੇ ਨੇ ਜਾਂ ਉਹ ਭਾਰਤ ਨਾਲ ਜਾ ਸਕਦੇ ਨੇ ਤੇ ਤੀਸਰੀ ਉਹਨਾਂ ਕੋਲ ਇਹ ਚੁਆਇਸ ਸੀ ਕਿ ਉਹ ਇਕੱਲੇ ਇੰਡੀਪੈਂਡੈਂਟ ਰਹਿ ਸਕਦੇ ਨੇ। ਤਾਂ ਜਿਹੜੇ ਵੀ ਸਾਰੇ ਰਿਆਸਤੀ ਰਾਜੇ ਸੀ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਚੀਜ਼ ਚੱਲਣੀ ਸ਼ੁਰੂ ਹੋ ਗਈ ਕਿ ਆਪਾਂ ਨਾ ਪਾਕਿਸਤਾਨ ਦੇ ਹੱਕ ਵਿੱਚ ਜਾਈਏ ਤੇ ਨਾ ਹੀ ਭਾਰਤ ਦੇ ਹੱਕ ਵਿੱਚ ਜਾਈਏ, ਆਪਾਂ ਸੁਤੰਤਰ ਰਹਾਂਗੇ। ਤਾਂ 1947 ਤੋਂ ਪਹਿਲਾਂ ਲਗਭਗ 60% ਜੋ ਭਾਰਤ ਦਾ ਟੁਕੜਾ ਸੀ ਉਹ ਅੰਗਰੇਜ਼ਾਂ ਦੇ ਅੰਡਰ ਆ ਰਿਹਾ ਸੀ ਤੇ ਲਗਭਗ 40% ਰਿਆਸਤੀ ਰਾਜਾਂ ਦੇ ਅੰਡਰ ਸੀ। ਤਾਂ ਸਾਰੀਆਂ ਰਿਆਸਤਾਂ ਨੂੰ ਇੱਕ ਕਰਨ ਦੀ ਜ਼ਿੰਮੇਵਾਰੀ, ਕਹਿਣ ਦਾ ਭਾਵ ਜਿਹੜੀਆਂ ਵੀ ਪਾਕਿਸਤਾਨ ਦੇ ਅੰਡਰ ਰਿਆਸਤਾਂ ਚਲੀਆਂ ਗਈਆਂ ਉਹ ਪਾਕਿਸਤਾਨ ਦੇ ਅੰਡਰ ਚਲੀਆਂ ਹੀ ਗਈਆਂ। ਤਾਂ ਭਾਰਤ ਦੇ ਹਿੱਸੇ ਵਿੱਚ ਆਉਣ ਵਾਲੀਆਂ ਸਾਰੀਆਂ ਰਿਆਸਤਾਂ ਨੂੰ ਯੂਨਾਈਟ ਕਰਨ ਦੀ ਜ਼ਿੰਮੇਵਾਰੀ BP ਮੈਨਨ ਤੇ ਸਰਦਾਰ ਪਟੇਲ ਨੂੰ ਦਿੱਤੀ ਗਈ ਸੀ। ਤਾਂ ਸਰਦਾਰ ਪਟੇਲ ਤੇ BP ਮੈਨਨ ਨੇ ਸਾਰੇ ਰਾਜਾਂ ਨੂੰ ਭਾਰਤ ਵਿੱਚ ਰਹਿਣ ਲਈ ਕਿਵੇਂ ਨਾ ਕਿਵੇਂ ਮਨਾਇਆ। ਪਰ 3 ਰਿਆਸਤਾਂ ਅਜਿਹੀਆਂ ਸੀ, ਪਹਿਲਾਂ 4 ਰਿਆਸਤਾਂ ਸੀ, ਮਨੀਪੁਰ ਇੱਕ ਰਿਆਸਤ ਸੀ, ਪਰ ਜਿਹਦਾ ਆਸਾਨੀ ਦੇ ਨਾਲ ਸਾਰਾ ਮੁੱਦਾ ਸੋਲਵ ਹੋ ਗਿਆ ਸੀ। ਤਾਂ ਜੂਨਾਗੜ੍ਹ, ਹੈਦਰਾਬਾਦ ਤੇ ਜੰਮੂ ਕਸ਼ਮੀਰ ਦਾ ਜੋ ਮਸਲਾ ਸੀ ਉਹ ਕਾਫੀ ਲੰਬਾ ਚਲਾ ਗਿਆ। ਅੱਜ ਆਪਾਂ ਜੂਨਾਗੜ੍ਹ ਜਾਂ ਹੈਦਰਾਬਾਦ ਬਾਰੇ ਗੱਲ ਨਹੀਂ ਕਰਾਂਗੇ, ਅੱਜ ਆਪਾਂ ਸਿਰਫ ਜੰਮੂ ਕਸ਼ਮੀਰ ਦੇ ਇਤਿਹਾਸ ਬਾਰੇ ਗੱਲ ਕਰਾਂਗੇ। ਜੰਮੂ ਕਸ਼ਮੀਰ ਦੇ ਰਾਜਾ ਹਰੀ ਸਿੰਘ ਡੋਗਰਾ ਵੰਸ਼ ਦੇ ਨਾਲ ਸੰਬੰਧ ਰੱਖਦੇ ਸੀ ਤੇ ਉਹ ਲੂਇਸ ਮਾਊਂਟਬੈਟਨ ਦੇ ਬਹੁਤ ਚੰਗੇ ਦੋਸਤ ਵੀ ਸੀ। ਲਾਰਡ ਲੂਇਸ ਮਾਊਂਟਬੈਟਨ ਨੇ ਹਰੀ ਸਿੰਘ ਨੂੰ ਸਮਝਾਇਆ ਕਿ ਤੁਸੀਂ ਕਿਸੇ ਵੀ ਤਰ੍ਹਾਂ ਸੁਤੰਤਰ ਰਹਿਣ ਦੀ ਕੋਸ਼ਿਸ਼ ਨਾ ਕਰੋ, ਜਾਂ ਤੁਸੀਂ ਪਾਕਿਸਤਾਨ ਅੰਡਰ ਚਲੇ ਜਾਓ ਜਾਂ ਤੁਸੀਂ ਭਾਰਤ ਅੰਡਰ ਚਲੇ ਜਾਓ। ਉਹਨਾਂ ਨੇ ਹਰੀ ਸਿੰਘ ਨੂੰ ਇਹ ਵੀ ਕਿਹਾ ਕਿ ਜੇ ਤੁਸੀਂ ਪਾਕਿਸਤਾਨ ਦੇ ਅੰਡਰ ਜਾਣਾ ਚਾਹੁੰਦੇ ਹੋ ਤਾਂ ਭਾਰਤ ਕੋਈ ਜ਼ਿਆਦਾ ਬਹਿਸ ਨਹੀਂ ਕਰੂਗਾ, ਭਾਰਤ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਨੂੰ ਪਹਿਲ ਨਹੀਂ ਦਿੱਤੀ ਜਾਊਗੀ। ਪਰ ਜੇ ਤੁਸੀਂ ਪਾਕਿਸਤਾਨ ਨੂੰ ਛੱਡ ਕੇ ਭਾਰਤ 'ਚ ਰਹਿਣਾ ਪਸੰਦ ਕਰੋਗੇ ਤਾਂ ਇਹ ਹੋ ਸਕਦਾ ਕਿ ਉਹ ਇਸਲਾਮਿਕ ਕੰਟਰੀ ਹੈ, ਉਹ ਇੱਕ ਡਿਸਪਿਊਟ ਦੀ ਸਥਿਤੀ ਪੈਦਾ ਕਰ ਦੇਵੇ। ਕਿਉਂਕਿ ਇੱਥੇ ਸਮਝ ਲੈਣਾ ਬੜਾ ਜ਼ਰੂਰੀ ਹੈ ਕਿ ਜੋ ਹਰੀ ਸਿੰਘ ਸੀ ਜੰਮੂ ਕਸ਼ਮੀਰ ਦੇ ਰਾਜਾ, ਉਹ ਇੱਕ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਸੀ ਤੇ ਜਿੱਥੋਂ ਦੀ ਉਹਨਾਂ ਦੀ ਜਨਤਾ ਸੀ ਜੋ ਸਾਰੀ ਜੰਮੂ ਕਸ਼ਮੀਰ ਦੀ, ਉਹ ਜ਼ਿਆਦਾਤਰ 75 ਤੋਂ 80% ਦੇ ਕਰੀਬ ਲਗਭਗ ਮੁਸਲਿਮ ਸੀ। ਤਾਂ ਇਸੇ ਸਮੇਂ ਕਸ਼ਮੀਰ ਵੈਲੀ ਦੇ ਵਿੱਚ ਇੱਕ ਹੋਰ ਬਹੁਤ ਜ਼ਬਰਦਸਤ, ਇੱਕ ਬਹੁਤ ਜ਼ਿਆਦਾ ਪਪੂਲਰ ਨੇਤਾ ਹੋਏ ਜਿਨ੍ਹਾਂ ਨੂੰ ਆਪਾਂ ਸ਼ੇਖ ਅਬਦੁੱਲਾ ਦੇ ਨਾਮ ਨਾਲ ਜਾਣਦੇ ਹਾਂ। ਸ਼ੇਖ ਅਬਦੁੱਲਾ ਮੁਸਲਿਮ ਅਲੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਸੀ ਤੇ ਉਹ ਉੱਥੋਂ MSc ਕਰਕੇ ਆਏ ਸੀ। ਪਰ ਇਹ ਕਿਹਾ ਜਾਂਦਾ ਕਿ ਜਦੋਂ ਉਹਨਾਂ ਨੇ ਰਾਜਾ ਹਰੀ ਸਿੰਘ ਦੇ ਕੋਲ ਇੱਕ ਸਰਕਾਰੀ ਗਵਰਨਮੈਂਟ ਜੌਬ ਦੇ ਲਈ ਆਪਣਾ ਪ੍ਰਸਤਾਵ ਰੱਖਿਆ ਤਾਂ ਉਹਨਾਂ ਨੂੰ ਇੱਕ ਮੁਸਲਿਮ ਹੋਣ ਦੇ ਨਾਂ ਤੇ ਉਹਨਾਂ ਦਾ ਪ੍ਰਸਤਾਵ ਸੀ ਜੋ ਠੁਕਰਾ ਦਿੱਤਾ ਗਿਆ। ਤਾਂ ਸ਼ੇਖ ਅਬਦੁੱਲਾ ਨੂੰ ਇਹ ਗੱਲ ਨੇ ਬੜਾ ਹਰਟ ਕੀਤਾ ਕਿ ਭਾਰਤ ਦੇ ਵਿੱਚ ਹਿੰਦੂ ਮੁਸਲਿਮ ਨਾਮ ਦੀ ਜੋ ਰਾਜਨੀਤੀ ਉਹ ਕਿਉਂ ਚੱਲ ਰਹੀ ਹੈ। ਤਾਂ ਸ਼ੇਖ ਅਬਦੁੱਲਾ ਇੱਕ ਸਮਾਜਵਾਦ ਨੂੰ ਪਸੰਦ ਕਰਨ ਵਾਲੇ ਵਿਅਕਤੀ ਸੀ, ਤਾਂ ਕਰਕੇ ਪੰਡਿਤ ਜਵਾਹਰ ਲਾਲ ਨਹਿਰੂ ਵੀ ਸਮਾਜਵਾਦ ਨੂੰ ਥੋੜਾ ਪਸੰਦ ਕਰਦੇ ਸੀ। ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਚੰਗੀ ਦੋਸਤੀ ਸੀ। ਪਰ ਸ਼ੇਖ ਅਬਦੁੱਲਾ ਦੇ ਸੰਬੰਧ ਰਾਜਾ ਹਰੀ ਸਿੰਘ ਨਾਲ ਇਸ ਘਟਨਾ ਤੋਂ ਬਾਅਦ ਲਗਭਗ ਵਿਗੜ ਗਏ ਸੀ ਤੇ ਉਹ ਇੱਕ ਦੂਸਰੇ ਤੋਂ ਨਫ਼ਰਤ ਕਰਨ ਲੱਗ ਗਏ ਸੀ। ਤਾਂ ਇਸੇ ਤਰ੍ਹਾਂ ਜਦੋਂ ਭਾਰਤ ਦੇ ਵਿੱਚ ਭਾਰਤ ਛੋੜੋ ਅੰਦੋਲਨ ਚੱਲ ਰਿਹਾ ਸੀ ਤਾਂ ਉਹਨਾਂ ਨੇ ਕਸ਼ਮੀਰ ਵੈਲੀ ਦੇ ਵਿੱਚ ਅੰਦੋਲਨ ਚਲਾਇਆ, ਕਸ਼ਮੀਰ ਛੋੜੋ। ਤਾਂ ਇਸ ਸਮੇਂ ਕਸ਼ਮੀਰ ਵੈਲੀ ਦੇ ਬਹੁਤ ਜ਼ਿਆਦਾ ਲੋਕ ਸ਼ੇਖ ਅਬਦੁੱਲਾ ਦੀ ਸਪੋਰਟ ਵਿੱਚ ਆਏ ਸੀ ਤੇ ਉਹ ਇੱਕ ਉਸ ਵੈਲੀ ਦੇ ਵਿੱਚ ਬਹੁਤ ਜ਼ਿਆਦਾ ਪਪੂਲਰ ਨੇਤਾ ਬਣ ਚੁੱਕੇ ਸੀ।
ਤੇ ਦੂਸਰੀ ਗੱਲ, ਸ਼ੇਖ ਅਬਦੁੱਲਾ ਇੱਕ ਮੁਸਲਿਮ ਹੋਣ ਦੇ ਬਾਵਜੂਦ ਵੀ ਮੁਸਲਿਮ ਲੀਗ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ। ਉਹਨਾਂ ਨੇ ਇੱਕ ਅਜਿਹੀ ਸੰਸਥਾ ਦਾ ਮੈਂਬਰ ਹੋਣ ਤੋਂ ਜਾਂ ਇੱਕ ਅਜਿਹੀ ਸੰਸਥਾ ਦੀ ਮਦਦ ਕਰਨ ਤੋਂ ਬਿਲਕੁਲ ਹੀ ਇਨਕਾਰ ਕਰ ਦਿੱਤਾ ਸੀ ਕਿ ਜਿਹੜੀ ਵੀ ਸੰਸਥਾ ਇੱਕ ਦੇਸ਼ ਨੂੰ ਇੱਕ ਧਰਮ ਦੇ ਨਾਮ ਤੇ ਵੰਡਦੀ ਹੈ ਜਾਂ ਉਹਦੀ ਇੰਟੈਗ੍ਰੇਸ਼ਨ ਨੂੰ ਅਬੋਲਿਸ਼ ਕਰਦੀ ਹੈ, ਉਹਦਾ ਮੈਂ ਮੈਂਬਰ ਕਦੇ ਵੀ ਨਹੀਂ ਬਣ ਸਕਦਾ। ਤਾਂ ਇਹ ਸਾਫ਼ ਗੱਲ ਸੀ ਕਿ ਜੰਮੂ ਕਸ਼ਮੀਰ ਦੇ ਜੋ ਸ਼ੇਖ ਅਬਦੁੱਲਾ ਸੀ, ਇੱਕ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇਤਾ ਸੀ, ਉਹ ਕਦੇ ਵੀ ਮੁਸਲਿਮ ਲੀਗ ਵੱਲ ਜਾਂ ਪਾਕਿਸਤਾਨ ਦੇ ਇੱਕ ਇਸਲਾਮਿਕ ਕੰਟਰੀ ਵੱਲ ਕਦੇ ਨਹੀਂ ਜਾਣਗੇ। ਤਾਂ ਉਹ ਚਾਹੁੰਦੇ ਸੀ ਕਿ ਭਾਰਤ ਦਾ ਹਿੱਸਾ ਹੀ ਜੰਮੂ ਕਸ਼ਮੀਰ ਬਣਿਆ ਰਹੇ ਤੇ ਜਿਹਦੇ ਵਿੱਚ ਮਤਲਬ ਘੱਟੋ ਘੱਟ ਕਿਸੇ ਰਾਜੇ ਦਾ ਰਾਜ ਵੀ ਨਹੀਂ ਹੋਊਗਾ ਤੇ ਲੋਕ ਡੈਮੋਕ੍ਰੇਸੀ ਦੇ ਅਕੋਰਡਿੰਗ ਰਹਿਣਗੇ ਤੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਊਗਾ। ਤਾਂ ਇਸੇ ਵਿੱਚ ਜੰਮੂ ਕਸ਼ਮੀਰ ਦੇ ਰਾਜਾ ਹਰੀ ਸਿੰਘ ਨੇ ਸ਼ੇਖ ਅਬਦੁੱਲਾ ਨੂੰ ਹਿਰਾਸਤ ਵਿੱਚ ਲੈ ਲਿਆ ਸੀ, ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਸੀ। ਤਾਂ ਲੂਇਸ ਮਾਊਂਟਬੈਟਨ ਪਲਾਨ ਦੇ ਤਹਿਤ 15 ਅਗਸਤ 1947 ਤੋਂ ਪਹਿਲਾਂ ਭਾਰਤ ਦੇ ਨੇਤਾਵਾਂ ਜਾਂ ਆਖਦੀਏ ਕਿ ਵੀਪੀ ਮੈਨਨ ਤੇ ਖਾਸ ਕਰ ਸਰਦਾਰ ਪਟੇਲ ਦੀ ਇਹ ਜ਼ਿੰਮੇਵਾਰੀ ਸੀ ਕਿ ਜਿੰਨੀਆਂ ਵੀ ਰਿਆਸਤਾਂ ਨੇ ਜਿਹੜੀਆਂ ਭਾਰਤ ਦੀ ਟੈਰੀਟਰੀ ਦੇ ਅੰਦਰ ਆਉਂਦੀਆਂ ਨੇ, ਉਹਨਾਂ ਸਾਰੀਆਂ ਨੂੰ 15 ਅਗਸਤ 1947 ਤੋਂ ਪਹਿਲਾਂ ਭਾਰਤ ਦੇ ਲਈ ਮਨਾਉਣਾ ਸੀ, ਭਾਰਤ ਦੀ ਟੈਰੀਟਰੀ ਬਣਨ ਦੇ ਲਈ ਮਨਾਉਣਾ ਸੀ। ਤਾਂ ਆਖਿਰ 15 ਅਗਸਤ 1947 ਦਾ ਦਿਨ ਆ ਗਿਆ, ਪਰ ਜੰਮੂ ਕਸ਼ਮੀਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੱਲ ਨਹੀਂ ਹੋ ਸਕਿਆ ਕਿਉਂਕਿ ਉੱਥੋਂ ਦੇ ਰਾਜਾ ਹਰੀ ਸਿੰਘ ਨੇ ਨਾ ਹੀ ਤਾਂ ਪਾਕਿਸਤਾਨ ਵਿੱਚ ਜਾਣ ਲਈ ਪ੍ਰਸਤਾਵ ਸਵੀਕਾਰ ਕੀਤਾ ਤੇ ਨਾ ਹੀ ਭਾਰਤ ਦਾ ਇੱਕ ਪਾਰਟ ਬਣਨ ਦੇ ਲਈ ਸਵੀਕਾਰ ਕੀਤਾ ਤੇ ਉਹ ਇਹ ਚਾਹੁੰਦੇ ਸੀ ਕਿ ਕਿਵੇਂ ਨਾ ਕਿਵੇਂ ਮੇਰੀ ਰਾਜਸ਼ਾਹੀ ਬਚੀ ਰਹੇ। ਪਰ ਉਹਨਾਂ ਨੇ ਲੂਇਸ ਮਾਊਂਟਬੈਟਨ ਦੇ ਨਾਲ ਇਸ ਤਹਿਤ ਗੱਲ ਵੀ ਕੀਤੀ ਕਿ ਜੇ ਮੈਂ ਜੋ ਥਰਡ ਆਪਸ਼ਨ ਆ ਉਹਨੂੰ ਚੂਜ਼ ਕਰ ਲਵਾਂ ਕਿ ਮੈਂ ਕਿਵੇਂ ਨਾ ਕਿਵੇਂ ਆਪਣੀ ਰਾਜਸ਼ਾਹੀ ਬਚਾ ਲਵਾਂ। ਤਾਂ ਮਾਊਂਟਬੈਟਨ ਨੇ ਉਹਨਾਂ ਨੂੰ ਕਿਹਾ ਕਿ ਵਿਵਹਾਰਿਕ ਰੂਪ ਦੇ ਵਿੱਚ ਇੱਕ ਸਮਾਜ ਦੇ ਵਿੱਚ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਇੱਕ ਦੋ ਅਜਿਹੇ ਸਟੇਟਾਂ ਦੇ ਵਿਚਕਾਰ, ਇੱਕ ਦੋ ਅਜਿਹੀਆਂ ਕੰਟਰੀਆਂ ਦੇ ਵਿਚਕਾਰ ਕਿ ਜਿੱਥੋਂ ਦੇ ਲੋਕ ਇੱਕ ਦੂਸਰੇ ਨੂੰ ਹੁਣ ਲਗਭਗ ਨਫ਼ਰਤ ਦੀ ਨਜ਼ਰ ਨਾਲ ਦੇਖ ਰਹੇ ਨੇ, ਉੱਥੇ ਵਿਚਾਲੇ ਇੱਕ ਇਸ ਤਰ੍ਹਾਂ ਦੀ ਸਟੇਟ ਹੋਵੇ, ਇੱਕ ਇਸ ਤਰ੍ਹਾਂ ਦਾ ਰਾਜ ਹੋਵੇ ਜਿਹਦੇ ਲਈ ਦੋਵਾਂ ਦਾ ਡਿਸਪਿਊਟ ਚੱਲਦਾ ਰਹੇ। ਤਾਂ ਇਹਦੇ ਲਈ ਜੰਮੂ ਕਸ਼ਮੀਰ ਇੱਕ ਦਿਨ ਬਿਲਕੁਲ ਤਬਾਹ ਹੋ ਜਾਏਗਾ। ਤੁਸੀਂ ਕਿਵੇਂ ਨਾ ਕਿਵੇਂ ਜਾਂ ਪਾਕਿਸਤਾਨ ਅੰਡਰ ਚਲੇ ਜਾਣਾ ਸੀ ਜਾਂ ਭਾਰਤ ਦੀ। ਇਸੇ ਤਹਿਤ ਜਦੋਂ ਪਹਿਲਾਂ ਲੂਇਸ ਮਾਊਂਟਬੈਟਨ ਤੇ ਰਾਜਾ ਹਰੀ ਸਿੰਘ ਦੇ ਵਿਚਕਾਰ ਗੱਲ ਹੋਈ ਸੀ ਤਾਂ ਲੂਇਸ ਮਾਊਂਟਬੈਟਨ ਨੂੰ ਹਰੀ ਸਿੰਘ ਨੇ ਉਦੋਂ ਵੀ ਕਿਹਾ ਸੀ ਕਿ ਜੇਕਰ ਮੈਂ ਸੁਤੰਤਰ ਰਹਿਣ ਦੀ ਕੋਸ਼ਿਸ਼ ਕਰਾਂ ਤਾਂ ਮੈਂ ਕਿਵੇਂ ਸੁਤੰਤਰ ਰਹਿ ਸਕਦਾ। ਤਾਂ 15 ਅਗਸਤ 1947 ਦੇ ਬੀਤਿਆਂ ਨੂੰ ਲਗਭਗ 2 ਮਹੀਨੇ ਬੀਤ ਚੁੱਕੇ ਸੀ। ਹਰੀ ਸਿੰਘ ਨੇ ਹਾਲੇ ਤੱਕ ਵੀ ਕਿਸੇ ਵੀ ਸਟੇਟ ਵੱਲ ਜਾਣ ਦਾ, ਕਿਸੇ ਵੀ ਕੰਟਰੀ ਵਿੱਚ ਸਹਿਮਤੀ ਦੇਣ ਦਾ ਕੋਈ ਮਨ ਨਹੀਂ ਸੀ ਬਣਾਇਆ। ਤਾਂ ਮੁਹੰਮਦ ਅਲੀ ਜਿਨਾਹ ਚਾਹੁੰਦੇ ਸੀ ਕਿ ਜੋ ਜੰਮੂ ਕਸ਼ਮੀਰ ਆ ਉਹ ਸਾਰਾ ਪਾਕਿਸਤਾਨ ਦੇ ਹਿੱਸੇ ਹੋਣਾ ਚਾਹੀਦਾ। ਤਾਂ ਇਸੇ ਵਿਚਕਾਰ ਉਹਨਾਂ ਨੂੰ ਇਸ ਗੱਲ ਦਾ ਵੀ ਉਹਨਾਂ ਨੇ ਖਾਸ ਧਿਆਨ ਰੱਖਿਆ ਕਿ ਜੇ ਅਸੀਂ ਜੰਮੂ ਕਸ਼ਮੀਰ ਦੇ ਉੱਪਰ ਸਿੱਧਾ ਅਟੈਕ ਕਰਦੇ ਹਾਂ ਤਾਂ ਯੂਐਨਓ ਦੇ ਵਿੱਚ ਇਹਦੀ ਸਾਡੀ ਛਵੀ ਵਿਗੜ ਵੀ ਸਕਦੀ ਹੈ। ਤਾਂ ਕਰਕੇ ਉਹਨਾਂ ਨੇ 20 ਅਕਤੂਬਰ 1947 ਨੂੰ ਆਮ ਪਬਲਿਕ ਦੇ ਵਿੱਚ ਆਪਣੇ ਸੈਨਿਕਾਂ ਨੂੰ ਰਲਾ ਕੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਉਸ ਏਰੀਏ ਦੇ ਉੱਪਰ ਅਟੈਕ ਕਰਨਾ ਸ਼ੁਰੂ ਕੀਤਾ ਕਿ ਜਿਹੜਾ ਹਰੀ ਸਿੰਘ ਦੇ ਅੰਡਰ ਆ ਰਿਹਾ ਸੀ। ਤਾਂ ਮੁਹੰਮਦ ਅਲੀ ਜਿਨਾਹ ਨੇ 20 ਅਕਤੂਬਰ 1947 ਨੂੰ ਅਕਬਰ ਖਾਨ ਦੀ ਅਗਵਾਈ ਹੇਠ ਲਗਭਗ 10,000 ਦੀ ਸੈਨਾ ਜੰਮੂ ਕਸ਼ਮੀਰ ਵੱਲ ਵਿਦਰੋਹ ਕਰਨ ਲਈ ਭੇਜ ਦਿੱਤੀ। ਜਦੋਂ ਹਰੀ ਸਿੰਘ ਨੂੰ ਇਸ ਹਮਲੇ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੇ ਬ੍ਰਿਗੇਡੀਅਰ ਰਜਿੰਦਰ ਸਿੰਘ ਨਾਲ ਇਹ ਗੱਲਬਾਤ ਕੀਤੀ ਕਿ ਪਾਕਿਸਤਾਨ ਆਪਾਂ ਨੂੰ ਹੁਣ ਕੈਪਚਰ ਕਰਨ ਦੇ ਲਈ ਆ ਰਿਹਾ। ਤਾਂ ਬ੍ਰਿਗੇਡੀਅਰ ਰਜਿੰਦਰ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਆਪਣੀ ਸੈਨਾ ਦੇ ਵਿੱਚ ਲਗਭਗ 70% ਮੁਸਲਿਮ ਨੇ ਤੇ ਉਹ ਕਿਸੇ ਵੀ ਸਮੇਂ ਪਾਕਿਸਤਾਨ ਦੀ ਸੈਨਾ ਦੇ ਨਾਲ ਰਲ ਸਕਦੇ ਨੇ। ਤਾਂ ਹਰੀ ਸਿੰਘ ਨੇ ਆਪਣੀ ਸੈਨਾ ਦੇ ਉੱਪਰ ਭਰੋਸਾ ਜਤਾਇਆ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਜਾ ਕੇ ਜੰਮੂ ਕਸ਼ਮੀਰ ਦੇ ਲਈ ਹੀ ਆਪਣੀ ਜਾਨ ਦੇਣਗੇ, ਨਾ ਕਿ ਕਿਸੇ ਮੁਸਲਿਮ ਕੰਟਰੀ ਪਾਕਿਸਤਾਨ ਨੂੰ ਆਪਣਾ ਦੇਸ਼ ਮੰਨਣਗੇ। ਤਾਂ ਪਾਕਿਸਤਾਨ ਦੀ ਸੈਨਾ ਨੇ ਸਭ ਤੋਂ ਪਹਿਲਾਂ ਮੁਜ਼ੱਫਰਾਬਾਦ ਨੂੰ ਕੈਪਚਰ ਕਰ ਲਿਆ, ਜਿਹੜੀ ਅੱਜ POK ਦੀ ਕੈਪੀਟਲ ਵੀ ਆ। ਤਾਂ ਇਸ ਤੋਂ ਬਾਅਦ ਉਹ ਜਦੋਂ ਉੜੀ ਪਹੁੰਚੇ, ਜਿਹਨੂੰ ਆਪਾਂ ਉੜੀ ਵੀ ਆਖਦੇ ਆ, ਜਦੋਂ ਉੜੀ ਪਹੁੰਚੇ ਤਾਂ ਉੱਥੇ ਜਾ ਕੇ ਉਹੀ ਗੱਲ ਹੋ ਗਈ ਜਿਹਦਾ ਰਜਿੰਦਰ ਸਿੰਘ ਨੂੰ ਬਹੁਤ ਜ਼ਿਆਦਾ ਡਰ ਸੀ। ਲਗਭਗ 50% ਦੀ ਸੈਨਾ ਜੋ ਪਾਕਿਸਤਾਨ ਦੇ ਵਿਰੁੱਧ ਲੜ ਰਹੀ ਸੀ ਪਹਿਲਾਂ, ਰਜਿੰਦਰ ਸਿੰਘ ਦੀ ਸੈਨਾ ਨੇ ਜਾ ਕੇ ਪਾਕਿਸਤਾਨ ਦੀ ਸੈਨਾ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਾਕਿਸਤਾਨ ਦੀ ਸੈਨਾ ਨੇ ਉਹਨਾਂ ਨੂੰ ਕਨਵਿੰਸ ਕਰ ਲਿਆ ਕਿ ਤੁਸੀਂ ਇੱਕ ਆਜ਼ਾਦ ਦੇਸ਼ ਦੇ ਵਿੱਚ ਰਹੋਗੇ ਜਿੱਥੇ ਸਿਰਫ ਮੁਸਲਮਾਨਾਂ ਦੀ ਹੀ ਜੋ ਕੰਟਰੀ ਹੋਊਗੀ। ਤਾਂ ਇਹ ਭਾਈਚਾਰਕ ਸਾਂਝ ਨੂੰ ਲੈ ਕੇ ਜਾਂ ਧਾਰਮਿਕ ਭਾਵਨਾਵਾਂ ਵਿੱਚ ਬਹਿ ਕੇ ਜਿਹੜੇ ਵੀ ਜੰਮੂ ਕਸ਼ਮੀਰ ਦੇ ਜਿੰਨੇ ਵੀ ਸੈਨਿਕ ਸੀ ਲਗਭਗ 50% ਦੀ ਉਹ ਪਾਕਿਸਤਾਨ ਦੀ ਸੈਨਾ ਵਿੱਚ ਚਲੇ ਗਏ। ਤਾਂ 23 ਅਕਤੂਬਰ 1947 ਨੂੰ ਜਦੋਂ ਇਹ ਸਾਰੀ ਘਟਨਾ, ਇਹ ਸਾਰਾ ਉਹਨਾਂ ਦੇ ਪਾਕਿਸਤਾਨ ਦੀ ਸੈਨਾ ਵਿੱਚ ਆਪਣੀ ਸੈਨਾ ਦੇ ਰਲ ਜਾਣ ਬਾਰੇ ਰਜਿੰਦਰ ਸਿੰਘ ਤੇ ਰਾਜਾ ਹਰੀ ਸਿੰਘ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਸੋਚਿਆ ਕਿ ਹੁਣ ਇਸ ਸਿਚੁਏਸ਼ਨ ਦੇ ਵਿੱਚੋਂ ਕਿਵੇਂ ਨਿਕਲਿਆ ਜਾਵੇ। ਤਾਂ ਬ੍ਰਿਗੇਡੀਅਰ ਰਜਿੰਦਰ ਸਿੰਘ ਨੇ ਆਪਣੇ ਰਾਜਾ ਹਰੀ ਸਿੰਘ ਨੂੰ ਕਿਹਾ ਕਿ ਤੁਸੀਂ ਕਿਵੇਂ ਨਾ ਕਿਵੇਂ ਇੱਥੋਂ ਚਲੇ ਜਾਓ ਤੇ ਦਿੱਲੀ ਜਾ ਕੇ ਵੀਪੀ ਮੈਨਨ ਤੇ ਸਰਦਾਰ ਪਟੇਲ ਦੇ ਨਾਲ ਗੱਲ ਕਰੋ ਕਿ ਉਹ ਕਿਵੇਂ ਨਾ ਕਿਵੇਂ ਸਾਡੀ ਮਦਦ ਕਰਨ। ਤਾਂ ਲੂਇਸ ਮਾਊਂਟਬੈਟਨ ਇਹ ਸੋਚ ਰਹੇ ਸੀ ਕਿ ਜੇ ਇਸ ਤਰ੍ਹਾਂ ਹੋ ਗਿਆ, ਭਾਰਤ ਨੇ ਵੀ ਪਾਕਿਸਤਾਨ ਦੇ ਉੱਪਰ ਹਮਲਾ ਕਰ ਦਿੱਤਾ, ਉਹਨਾਂ ਦੀ ਸੈਨਾ ਦੇ ਨਾਲ ਡਿਸਪਿਊਟ ਹੋ ਗਿਆ, ਤਾਂ ਇਹ ਇੱਕ ਬਹੁਤ ਵੱਡੇ
ਯੁੱਧ ਦਾ ਕਾਰਨ ਵੀ ਬਣ ਸਕਦੀ। ਇਸੇ ਦੌਰਾਨ ਰਾਜਾ ਹਰੀ ਸਿੰਘ ਨੇ ਆਪਣੇ ਮੇਹਰ ਚੰਦ ਮਹਾਜਨ ਜਿਹੜੇ ਉਸ ਸਮੇਂ ਉਹਨਾਂ ਦੇ ਰਾਜ ਦੇ ਵਿੱਚ ਜੰਮੂ ਕਸ਼ਮੀਰ ਦੇ ਪ੍ਰਧਾਨ ਮੰਤਰੀ ਸੀ, ਉਹਨਾਂ ਨੂੰ ਬੀਪੀ ਮੈਨਨ ਤੇ ਸਰਦਾਰ ਪਟੇਲ ਦੇ ਨਾਲ ਗੱਲ ਕਰਨ ਦੇ ਲਈ ਦਿੱਲੀ ਭੇਜਿਆ। ਤਾਂ ਜਦੋਂ ਮੇਹਰ ਚੰਦ ਮਹਾਜਨ ਬੀਪੀ ਮੈਨਨ, ਸਰਦਾਰ ਪਟੇਲ ਤੇ ਲੁਈਸ ਮਾਊਂਟਬੈਟਨ ਨੂੰ ਮਿਲੇ ਤਾਂ ਲੁਈਸ ਮਾਊਂਟਬੈਟਨ ਤੇ ਸਰਦਾਰ ਪਟੇਲ ਨੇ ਕਿਹਾ ਕਿ ਭਾਰਤ ਤੁਹਾਡੀ ਮਦਦ ਤਾਂ ਹੀ ਕਰ ਸਕਦਾ ਹੈ ਜੇ ਜੰਮੂ ਕਸ਼ਮੀਰ ਭਾਰਤ ਦਾ ਇੱਕ ਪਾਰਟ ਬਣ ਜਾਵੇ, ਇੱਕ ਟੈਰੀਟਰੀ ਬਣ ਜਾਵੇ। ਤਾਂ 26 ਅਕਤੂਬਰ 1947 ਨੂੰ ਰਾਜਾ ਹਰੀ ਸਿੰਘ ਨੇ ਭਾਰਤ ਦੀ ਟੈਰੀਟਰੀ ਬਣਨਾ ਸਵੀਕਾਰ ਕਰ ਲਿਆ। ਤਾਂ ਜਦੋਂ 26 ਅਕਤੂਬਰ 1947 ਨੂੰ ਰਾਜਾ ਹਰੀ ਸਿੰਘ ਨੇ ਭਾਰਤ ਦੀ ਟੈਰੀਟਰੀ ਦੇ ਰੂਪ ਵਿੱਚ ਜੰਮੂ ਕਸ਼ਮੀਰ ਨੂੰ ਸਵੀਕਾਰ ਕਰ ਲਿਆ ਸੀ, ਤਾਂ ਉਸ ਤੋਂ 2 ਦਿਨ ਪਹਿਲਾਂ ਭਾਵ 24 ਅਕਤੂਬਰ 1947 ਨੂੰ ਜੋ ਪਾਕਿਸਤਾਨ ਦੀ ਸੈਨਾ ਸੀ ਉਹ ਜੰਮੂ ਕਸ਼ਮੀਰ ਵੱਲ ਕਹਿਣ ਦਾ ਭਾਵ ਸ਼੍ਰੀਨਗਰ ਵੱਲ ਪਹੁੰਚਣਾ ਉਹਨੇ ਸ਼ੁਰੂ ਕਰ ਦਿੱਤਾ ਸੀ। ਤਾਂ ਉਹਨਾਂ ਨੂੰ ਸ਼੍ਰੀਨਗਰ ਪਹੁੰਚਣ ਦੇ ਲਈ ਰਸਤੇ ਦੇ ਵਿੱਚ ਇੱਕ ਪੁਲ ਆਉਂਦਾ ਸੀ, ਇੱਕ ਨਹਿਰ ਦਾ ਪੁਲ ਆਉਂਦਾ ਸੀ ਤੇ ਜਿਹੜਾ ਸ਼੍ਰੀਨਗਰ ਪਹੁੰਚਣ ਲਈ ਇੱਕੋ ਇੱਕ ਰਸਤਾ ਸੀ। ਤਾਂ ਰਜਿੰਦਰ ਸਿੰਘ ਉਹ ਸਾਰੀ ਸੈਨਾ ਦੇ ਨਾਲ ਆਪਣੀ ਜਿੰਨੀ ਵੀ ਉਹਦੀ ਲੋਕਲ ਸੈਨਾ ਬਚੀ ਸੀ ਉਹਨਾਂ ਦੇ ਨਾਲ ਪਾਕਿਸਤਾਨ ਦੀ ਸੈਨਾ ਦਾ ਸਾਹਮਣਾ ਕਰ ਰਹੇ ਸੀ। ਉਹਨਾਂ ਨੂੰ ਇਸ ਚੀਜ਼ ਦਾ ਇਲਮ ਹੋ ਗਿਆ ਸੀ ਕਿ ਅਸੀਂ ਕਿਸੇ ਵੀ ਤਰ੍ਹਾਂ ਹੁਣ ਜਿੰਨੀ ਕੁ ਵੀ ਸਾਡੀ ਸੈਨਾ ਹੈਗੀ ਅਸੀਂ ਪਾਕਿਸਤਾਨ ਦੀ ਸੈਨਾ ਦਾ ਮੁਕਾਬਲਾ ਨਹੀਂ ਕਰ ਸਕਦੇ। ਤਾਂ ਉਹਨਾਂ ਨੇ ਕੀ ਕੀਤਾ, ਉਦੋਂ ਜੋ ਵੀ ਉਹ ਵਿਚਾਲੇ ਪੁਲ ਆ ਰਿਹਾ ਸੀ, ਇੱਕ ਨਹਿਰ ਦਾ ਪੁਲ ਸੀ, ਉਹਨਾਂ ਨੂੰ ਸਾਰੀ ਸੈਨਾ ਨੂੰ ਕਿਹਾ ਪੁਲ ਨੂੰ ਭੰਨ ਦਿਓ ਤਾਂ ਕਰਕੇ ਜੋ ਸੈਨਾ ਉਹ ਸ਼੍ਰੀਨਗਰ ਤੱਕ ਨਾ ਪਹੁੰਚ ਸਕੇ। ਤਾਂ ਉਸ ਪੁਲ ਦੇ ਕੋਲ ਹੀ ਪਾਕਿਸਤਾਨ ਦੀ ਸੈਨਾ ਨੂੰ ਲਗਭਗ 1.5 ਤੋਂ 2 ਦਿਨ ਲੱਗੇ। ਤਾਂ ਕਰਕੇ ਇਸੇ ਯੁੱਧ ਦੇ ਵਿੱਚ ਬ੍ਰਿਗੇਡੀਅਰ ਰਜਿੰਦਰ ਸਿੰਘ ਵੀ ਮਾਰੇ ਗਏ। ਤਾਂ 26 ਅਕਤੂਬਰ ਤੱਕ ਪਾਕਿਸਤਾਨ ਆਪਣੀ ਸੈਨਾ ਨੂੰ ਲੈ ਕੇ ਪੁਲ ਨੂੰ ਕ੍ਰਾਸ ਕਰਕੇ ਅੱਗੇ ਲੰਘ ਆਇਆ ਸੀ। ਤਾਂ ਉਹਨਾਂ ਨੇ ਸ਼੍ਰੀਨਗਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਸੀ। ਤਾਂ ਰਾਜਾ ਹਰੀ ਸਿੰਘ ਬਾਰੇ ਇਸੇ ਰਾਤ ਦਾ ਇੱਕ ਹੋਰ ਕਿੱਸਾ ਵੀ ਬਹੁਤ ਮਸ਼ਹੂਰ ਹੈ ਕਿ ਜਦੋਂ ਉਹ ਰਾਤ ਨੂੰ ਸੋਏ ਸੀ ਤਾਂ ਉਹ ਆਪਣਾ ਪਿਸਟਲ ਲੋਡ ਕਰਕੇ ਪਏ ਸੀ ਤੇ ਆਪਣੇ ਏਡੀਸੀ ਨੂੰ ਆਪਣਾ ਪਿਸਟਲ ਦਿੰਦੇ ਹੋਏ ਉਹਨਾਂ ਨੇ ਕਿਹਾ ਸੀ ਕਿ ਜੇ ਸਵੇਰ ਤੱਕ ਭਾਰਤ ਦੀ ਸੈਨਾ ਆਪਣਾ ਸਾਥ ਦੇਣ ਦੇ ਲਈ ਨਾ ਪਹੁੰਚੀ ਤਾਂ ਸਵੇਰੇ ਮੈਨੂੰ ਜਗਾਇਓ ਨਾ, ਤੁਸੀਂ ਸਿੱਧਾ ਮੇਰੇ ਉੱਪਰ ਗੋਲੀ ਮਾਰ ਦਿਓ। ਤਾਂ ਅਗਲੀ ਸਵੇਰ ਜਦੋਂ ਭਾਰਤ ਦੀ ਸੈਨਾ ਸ਼੍ਰੀਨਗਰ ਪਹੁੰਚੀ, ਸ਼੍ਰੀਨਗਰ ਦੀ ਟੈਰੀਟਰੀ ਦੇ ਵਿੱਚ ਪਹੁੰਚੀ ਤਾਂ ਉਹ ਪਾਕਿਸਤਾਨ ਦੀ ਸੈਨਾ ਨੂੰ ਮਗਰ ਹੀ ਸ਼੍ਰੀਨਗਰ ਤੋਂ ਰੋਕਣ ਵਿੱਚ ਕਾਮਯਾਬ ਹੋ ਗਈ। ਤਾਂ ਇਸੇ ਵਿਚਕਾਰ ਸਰਦਾਰ ਪਟੇਲ ਨੇ ਪੰਡਿਤ ਜਵਾਹਰ ਲਾਲ ਨਹਿਰੂ, ਬੀਪੀ ਮੈਨਨ ਸਾਰਿਆਂ ਨੂੰ ਕਿਹਾ ਕਿ ਆਪਾਂ ਇੱਕ ਯੁੱਧ ਦੀ ਤਿਆਰੀ ਕਰਦੇ ਹਾਂ ਤੇ ਜਿੱਥੋਂ ਤੱਕ ਵੀ ਆਪਣੀ ਟੈਰੀਟਰੀ ਬਣਦੀ ਆਪਾਂ ਉੱਥੋਂ ਤੱਕ ਲੜਾਈ ਦੇ ਜ਼ਰੀਏ ਆਪਾਂ ਆਪਣੀ ਟੈਰੀਟਰੀ ਨੂੰ ਵਾਪਸ ਆਪਣੇ ਕਬਜ਼ੇ ਵਿੱਚ ਕਰਦੇ ਹਾਂ। ਤਾਂ 2 ਨਵੰਬਰ 1948 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਭਾਸ਼ਣ ਦਿੱਤਾ ਤਾਂ ਜਿਸ ਤੋਂ ਬਾਅਦ ਕਿਹਾ ਜਾਂਦਾ ਕਿ ਜੰਮੂ ਕਸ਼ਮੀਰ ਭਾਰਤ ਦੇ ਹੱਥੋਂ ਨਿਕਲਣਾ ਸ਼ੁਰੂ ਹੋ ਗਿਆ। ਭਾਸ਼ਣ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਵੀ ਸ਼ਾਂਤੀਮਈ ਦਾ ਮਾਹੌਲ ਇੱਥੇ ਸਥਾਪਿਤ ਹੋ ਗਿਆ ਤਾਂ ਇਸ ਤੋਂ ਬਾਅਦ ਪਲੇਬੀਸਾਈਟ ਹੋਊਗੀ। ਕਹਿਣ ਦਾ ਭਾਵ ਵੋਟਿੰਗ ਦੇ ਜ਼ਰੀਏ ਉਹਨਾਂ ਦੀ ਜਨਤਾ ਤੋਂ ਪੁੱਛਿਆ ਜਾਊਗਾ, ਜੰਮੂ ਕਸ਼ਮੀਰ ਦੀ ਜਨਤਾ ਦੀ ਰਾਏ ਲੈਤੀ ਜਾਊਗੀ ਤੇ ਕਿ ਤੁਸੀਂ ਪਾਕਿਸਤਾਨ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਤੁਸੀਂ ਭਾਰਤ ਦਾ ਹਿੱਸਾ ਬਣਨਾ ਚਾਹੁੰਦੇ ਹੋ। ਇਹ ਵੀ ਕਿਹਾ ਜਾਂਦਾ ਕਿ ਸਰਦਾਰ ਪਟੇਲ ਇਸ ਭਾਸ਼ਣ ਦੇ ਨਾਲ ਬਹੁਤ ਜ਼ਿਆਦਾ ਗੁੱਸੇ ਹੋਏ ਸੀ ਕਿ ਜਦੋਂ ਸਾਰੀ ਟੈਰੀਟਰੀ ਆਪਣੇ ਅੰਡਰ ਆ ਹੀ ਚੁੱਕੀ ਹੈ, ਸਾਈਨ ਆਪਣੇ ਸਹਿਮਤੀ ਪੱਤਰ ਤੇ ਹੋ ਹੀ ਚੁੱਕੇ ਨੇ, ਤਾਂ ਆਪਾਂ ਨੂੰ ਪਲੇਬੀਸਾਈਟ ਕਰਾਉਣ ਦੀ ਕੀ ਜ਼ਰੂਰਤ ਹੈ, ਉਹ ਬਾਏ ਡਿਫਾਲਟ ਹੀ ਸਾਰਾ ਆਪਣੇ ਕਬਜ਼ੇ ਦੇ ਵਿੱਚ ਆ ਚੁੱਕਿਆ। ਤਾਂ 31 ਦਸੰਬਰ 1947 ਨੂੰ ਜੰਮੂ ਕਸ਼ਮੀਰ ਦਾ ਮਸਲਾ ਪੰਡਿਤ ਜਵਾਹਰ ਲਾਲ ਨਹਿਰੂ ਨੇ UNO ਨੂੰ ਭੇਜ ਦਿੱਤਾ ਤਾਂ ਜਿੱਥੇ ਅਮਰੀਕਾ ਤੇ ਬ੍ਰਿਟੇਨ ਨੇ ਭਾਰਤ ਦੇ ਖਿਲਾਫ ਸਟੈਂਡ ਲਿਆ। ਤਾਂ ਜਦੋਂ UNO ਦੀ ਰਿਪੋਰਟ ਆਈ, UNO ਦਾ ਰੈਜ਼ੋਲੂਸ਼ਨ ਆਇਆ ਤਾਂ ਉਹਦੇ ਵਿੱਚ 3 ਆਦੇਸ਼ ਇਹ ਸੀ ਕਿ ਸਭ ਤੋਂ ਪਹਿਲਾਂ ਤਾਂ ਯੁੱਧ ਦੀ ਸਮਾਪਤੀ ਦਾ ਆਦੇਸ਼, ਕਹਿਣ ਦਾ ਭਾਵ ਜਿੱਥੋਂ ਤੱਕ ਵੀ ਯੁੱਧ ਚੱਲ ਰਿਹਾ, ਜਿੱਥੇ ਵੀ ਯੁੱਧ ਚੱਲ ਰਿਹਾ ਸੇਮ ਉਸੇ ਪੁਆਇੰਟ ਤੇ ਯੁੱਧ ਨੂੰ ਖਤਮ ਕੀਤਾ ਜਾਵੇ। ਤੇ ਦੂਸਰਾ ਆਦੇਸ਼ ਇਹ ਸੀ ਕਿ ਪਾਕਿਸਤਾਨ ਆਪਣੀ ਸੈਨਾ ਨੂੰ ਵਾਪਸ ਹਟਾਵੇ ਤੇ ਫਿਰ ਭਾਰਤ ਆਪਣੀ ਸੈਨਾ ਨੂੰ ਵਾਪਸ ਹਟਾਵੇ। ਤੇ ਤੀਸਰਾ ਆਦੇਸ਼ ਇਹ ਸੀ ਕਿ ਜਦੋਂ ਵੀ ਸਾਰਾ ਸ਼ਾਂਤਮਈ ਤਰੀਕੇ ਦੇ ਨਾਲ ਯੁੱਧ ਸਮਾਪਤ ਹੋ ਗਿਆ ਤਾਂ ਜਨਤਾ ਦੀ ਪਲੇਬੀਸਾਈਟ ਦੇ ਜ਼ਰੀਏ, VOTING ਦੇ ਜ਼ਰੀਏ ਇਸ ਮੁੱਦੇ ਦਾ ਫੈਸਲਾ ਕੀਤਾ ਜਾਵੇ। ਤਾਂ ਜਿਸ ਪੁਆਇੰਟ ਦੇ ਉੱਪਰ ਯੁੱਧ ਰੁਕਿਆ ਤਾਂ ਉਹਨੂੰ ਆਪਾਂ ਬੋਲਦੇ ਹਾਂ LOC, ਲਾਈਨ ਆਫ ਕੰਟਰੋਲ। ਤਾਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਬਹੁਤ ਜ਼ਿਆਦਾ ਭਰੋਸਾ ਸੀ ਕਿ ਜਦੋਂ ਵੀ ਯੁੱਧ ਸ਼ਾਂਤਮਈ ਤਰੀਕੇ ਦੇ ਨਾਲ ਰੁਕ ਹੀ ਗਿਆ ਤਾਂ ਜਦੋਂ ਸਾਰੇ ਲੋਕ ਸ਼ਾਂਤ ਹੋ ਗਏ ਤਾਂ ਉਹ ਸ਼ੇਖ ਅਬਦੁੱਲਾ ਨੂੰ ਆਪਣੇ ਨਾਲ ਬੁਲਾਉਣਗੇ ਤੇ ਸ਼ੇਖ ਅਬਦੁੱਲਾ ਨੂੰ ਇੱਕ ਲੀਡਰ ਦੇ ਰੂਪ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਸਾਹਮਣੇ ਲੈ ਕੇ ਜਾਣਗੇ ਤਾਂ ਜੰਮੂ ਕਸ਼ਮੀਰ ਦੇ ਲੋਕ ਸ਼ੇਖ ਅਬਦੁੱਲਾ ਦੇ ਜ਼ਰੀਏ ਮੇਰਾ ਸਾਥ ਦੇਣਗੇ। ਤਾਂ ਜਿਹੜੇ ਪੁਆਇੰਟ ਤੇ ਇਹ ਯੁੱਧ ਰੁਕਿਆ ਉਦੋਂ ਨੂੰ ਪਾਕਿਸਤਾਨ ਨੇ 1/3 ਟੈਰੀਟਰੀ ਦੇ ਉੱਪਰ ਜੰਮੂ ਕਸ਼ਮੀਰ ਦੇ ਉੱਪਰ ਲਗਭਗ 35% ਜੰਮੂ ਕਸ਼ਮੀਰ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ ਸੀ ਤੇ ਉਸੇ ਕਬਜ਼ੇ ਵਾਲੀ ਜਗ੍ਹਾ ਨੂੰ ਹੀ ਆਪਾਂ POK ਪਾਕਿਸਤਾਨ ਓਕੂਪਾਈ ਕਸ਼ਮੀਰ ਆਖਦੇ ਹਾਂ। ਤਾਂ ਭਾਰਤ ਤੇ ਪਾਕਿਸਤਾਨ ਨੇ UNO ਦੇ ਪਹਿਲੇ ਆਦੇਸ਼ ਨੂੰ ਤਾਂ ਦੋਵਾਂ ਨੇ ਚੰਗੀ ਤਰ੍ਹਾਂ ਮੰਨ ਲਿਆ ਕਿ ਜਿਸ ਪੁਆਇੰਟ ਦੇ ਉੱਪਰ ਉਹ ਯੁੱਧ ਲੜ ਰਹੇ ਸੀ, ਯੁੱਧ ਚੱਲ ਰਿਹਾ ਸੀ, ਉਸੇ ਪੁਆਇੰਟ ਦੇ ਉੱਪਰ ਯੁੱਧ ਖਤਮ ਹੋ ਗਿਆ। ਤਾਂ ਦੂਸਰਾ ਆਦੇਸ਼ UNO ਦਾ ਨਾ ਹੀ ਭਾਰਤ ਨੇ ਮੰਨਿਆ ਤੇ ਨਾ ਹੀ ਪਾਕਿਸਤਾਨ ਨੇ ਮੰਨਿਆ। ਕਹਿਣ ਦਾ ਭਾਵ ਨਾ ਪਾਕਿਸਤਾਨ ਨੇ ਆਪਣੀ ਸੈਨਾ ਪਿੱਛੇ ਹਟਾਈ ਤੇ ਨਾ ਹੀ ਭਾਰਤ ਨੇ ਆਪਣੀ ਸੈਨਾ ਪਿੱਛੇ ਹਟਾਈ। ਤਾਂ ਕਰਕੇ ਜੰਮੂ ਕਸ਼ਮੀਰ ਦਾ ਜੋ ਵਿਵਾਦ ਸੀ ਉਹ ਉਸੇ ਸਮੇਂ ਉੱਥੇ ਹੀ ਉਲਝ ਗਿਆ। ਤਾਂ ਜੰਮੂ ਕਸ਼ਮੀਰ ਦਾ ਜੋ 65% ਹਿੱਸਾ ਭਾਰਤ ਦੇ ਹਿੱਸੇ ਆਇਆ
ਤਾਂ ਉਸ ਸਾਰੇ ਹਿੱਸੇ ਦਾ ਇੱਕ ਮੇਨ ਲੀਡਰ ਸ਼ੇਖ ਅਬਦੁੱਲਾ ਹੀ ਰਹਿ ਗਏ ਸੀ। ਤਾਂ ਜਦੋਂ ਭਾਰਤ ਦੇ ਹਿੱਸੇ ਜੰਮੂ ਕਸ਼ਮੀਰ ਆਇਆ ਤਾਂ ਉਸ ਸਮੇਂ ਭਾਰਤ ਦੀ ਸੰਵਿਧਾਨ ਸਭਾ ਦਾ ਕੰਮ ਵੀ ਪੂਰਾ ਚਰਮ ਦੇ ਉੱਪਰ ਚੱਲ ਰਿਹਾ ਸੀ। ਤਾਂ ਭਾਰਤ ਦੀ ਸੰਵਿਧਾਨ ਸਭਾ ਨੇ ਮੋਤੀ ਰਾਮ ਬਾਗੜਾ, ਮਸੂਦੀ, ਅਫਜ਼ਲ ਬੇਗ ਤੇ ਸ਼ੇਖ ਅਬਦੁੱਲਾ ਨੂੰ ਸੰਵਿਧਾਨ ਸਭਾ ਦਾ ਮੈਂਬਰ ਬਣਾ ਲਿਆ। ਤਾਂ ਇਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਇਸ ਮਸਲੇ ਨੂੰ ਸੰਵਿਧਾਨ ਸਭਾ ਨੇ ਆਰਟੀਕਲ 306A ਦੇ ਤਹਿਤ ਭਾਰਤ ਦੇ ਸੰਵਿਧਾਨ ਵਿੱਚ ਸ਼ਾਮਲ ਕਰ ਲਿਆ। ਤਾਂ ਜਦੋਂ ਇਹ ਸੰਵਿਧਾਨ ਸਭਾ ਦੀ ਫਾਈਨਲ ਡਰਾਫਟਿੰਗ ਹੋਈ ਤਾਂ ਇਹ ਆਰਟੀਕਲ 306A ਬਣ ਗਿਆ ਆਰਟੀਕਲ 370। ਤਾਂ ਆਰਟੀਕਲ 370 ਆਪਣੀ ਇਸ ਵੀਡੀਓ ਦਾ ਦੂਸਰਾ ਪਾਰਟ ਹੋਊਗਾ। ਪਹਿਲੇ ਭਾਗ ਦੇ ਵਿੱਚ ਆਪਾਂ ਸਮਝਿਆ ਕਿ ਜੰਮੂ ਕਸ਼ਮੀਰ ਦਾ ਜੋ ਸਾਰਾ ਇਤਿਹਾਸ ਕੀ ਸੀ, ਕਿਉਂ ਇਹ ਡਿਸਪਿਊਟ ਸ਼ੁਰੂ ਹੋਇਆ ਸੀ ਤੇ ਹੁਣ ਕਿੱਥੇ ਕ ਇਹ ਜਾ ਚੁੱਕਿਆ। ਤਾਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਰਟੀਕਲ 370 ਦੇ ਬਾਰੇ ਚ ਕਿ ਟੋਟਲ ਆਰਟੀਕਲ 370 ਕਿਉਂ, ਉਹਦੇ ਵਿੱਚ ਕੀ ਚੀਜ਼ਾਂ ਨੇ, ਕੀ ਉਹ ਕਾਰਨ ਰਹੇ ਕਿ ਪਿੱਛੇ ਸੈਂਟਰ ਸਰਕਾਰ ਨੇ ਉਹਦੇ ਉੱਪਰ ਇੱਕ ਐਕਸ਼ਨ ਲਿਆ ਸੀ। ਤਾਂ ਉਹ ਸਾਰਾ ਸਮਝਾਂਗੇ ਕਿ ਆਰਟੀਕਲ 370 ਹੈ ਕੀ। ਤਾਂ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਬਹੁਤ ਬਹੁਤ ਧੰਨਵਾਦ।